ਅਸੀਂ ਕੌਣ ਹੁੰਦੇ ਹਾਂ कि गीत भी गा जाइए, ਅਸੀਂ ਕੌਣ ਹੁੰਦੇ ਹਾਂ ਵੀ ਸਾਡੇ ਕਰਕੇ ਕੋਈ ਇੱਕ ਬੰਦਾ ਵੀ ਆ ਜਾਏ। ਉਹਦੀ ਖੇਡ ਹੈ। ਅਸੀਂ ਇੱਥੇ ਬੈਠੀ ਬਹੁਤ ਖਤਰਨਾਕ ਆ ਉਹਨਾਂ ਵਾਸਤੇ। ਤੈਨੂੰ ਦਿੱਲੀ ਇਕੱਠ ਪਰੇਸ਼ਾਨ ਕਰੂਗਾ। कनवर गरेवाल ਦੀ ਐਸੀ ਕਿਹੜੀ ਪੋਟਾਸ਼ ਹੈ ਜਿਹਦੇ ਨਾਲ ਹੁਣ ਨੌਜਵਾਨ ਜਿਹੜੇ ਬੜਕਾ ਮਾਰਦੇ ਨੇ, ਪਟਾਕੇ ਪਾਉਂਦੇ ਨੇ। ਤੇਰਾ ਫਾਇਦੇ ਨਾਲੋਂ ਜ਼ਿਆਦਾ ਨੁਕਸਾਨ ਕਰੂਗਾ। ਸਾਨੂੰ ਸਾਡੀਆਂ ਆਸਾਂ ਤੇ ਬੂਰ ਪੈਂਦਾ ਰਹਿੰਦਾ ਹੈ ਕਿ ਹੁਣ ਕੁਛ ਬਣੂਗਾ। ਕਿ ਖੇਡ ਸੱਚੇ ਪਾਤਸ਼ਾਹ ਦੀ ਹੈ। ਮੈਂ ਤਾਂ ਕਈ ਵਾਰੀ ਸਟੇਜਾਂ 'ਤੇ ਇਹ ਵੀ ਕਹਿ ਦਿੰਦਾ ਕਿ ਬਿੱਲ ਵੀ ਮਹਾਰਾਜ ਨੇ ਭੇਜਿਆ। ਅੱਜ ਜੇ ਬਜ਼ੁਰਗਾਂ ਦੇ ਨਾਲ ਨੌਜਵਾਨ ਖੜੇ ਨੇ ਤੇ ਸਰਕਾਰਾਂ ਨੂੰ ਦੰਦਲ ਪੈ ਰਹੀ ਹੈ। ਜੇ ਲੋੜ ਪਈ ਨਾ ਆਪਾਂ ਘਰੇ ਵੜਨ ਵਾਲੇ ਨਹੀਂ, ਆਪਾਂ ਘਰੋਂ ਕੱਢਣ ਵਾਲੇ ਆ। ਵੀ ਆਉਣ ਵਾਲੇ 5-7 ਸਾਲਾਂ ਬਾਅਦ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਘਟਨਾ ਇਹ ਅੰਦੋਲਨ ਹੋਊਗਾ। ਆਪਣਾ ਪਿਓ ਪਤਾ ਕੀ ਕਹਿੰਦਾ ਹੈ, ਇੱਕੋ ਹੈ ਭਾਈ ਇੱਕੋ ਹੈ, ਸਾਹਿਬ ਮੇਰਾ ਇੱਕੋ ਹੈ। ਅਸੀਂ ਤਾਂ ਇਸ ਚੀਜ਼ ਲਈ ਵੀ ਲਾਂਭਾ ਹੀ ਦਿੰਦੇ ਹਾਂ ਆਪਦੇ ਆਪ ਨੂੰ ਵੀ ਸਾਨੂੰ ਹੁਣ ਕਿਉਂ ਕਹਿਣ ਦੀ ਲੋੜ ਪੈ ਰਹੀ ਹੈ ਵੀ ਅਸੀਂ ਇਕੱਠੇ ਹੋ ਗਏ। ਵੀ 26 ਤਰੀਕ ਆਪਣੇ ਅੰਦੋਲਨ ਦੀ ਲਾਸਟ ਡੇਟ ਨਹੀਂ ਹੈਗੀ। ਸੰਗੀਤ ਜਗਤ ਦੇ ਆਸਮਾਨ ਦੇ ਵਿੱਚ ਬਹੁਤ ਸਾਰੇ ਤਾਰੇ ਔਰ ਸਿਤਾਰੇ ਨੇ, ਪਰ ਕੋਈ ਇੱਕ ਹੁੰਦਾ ਜਿਹਨੂੰ ਧਰੂ ਤਾਰਾ ਕਿਹਾ ਜਾਂਦਾ ਹੈ। ਬਹੁਤ ਸਾਰੇ ਧਰੂ ਤਾਰੇ ਨਹੀਂ ਹੁੰਦੇ। ਤਾਂ ਸੰਗੀਤ ਜਗਤ ਦੇ ਅਸੀਂ ਇੱਕ ਧਰੂ ਤਾਰੇ ਨੂੰ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ। ਸਾਡੇ ਨਾਲ ਨੇ ਕਨਵਰ गरेवाल ਜੀ। गरेवाल ਜੀ ਆਪ ਜੀ ਦਾ ਬਹੁਤ ਜੀ ਬਹੁਤ ਸ਼ੁਕਰੀਆ ਮੇਰੇ ਵੀਰ। गरेवाल ਸਾਹਿਬ, ਤੁਸੀਂ ਜਦ ਪ੍ਰੋਗਰਾਮ ਸਟਾਰਟ ਕਰਦੇ ਹੋ ਤਾਂ ਅਕਸਰ ਇੱਕ ਗੱਲ ਦਾ ਜ਼ਿਕਰ ਕਰਦੇ ਹੋ ਕਿ ਤੂੰਬਾ ਨਹੀਂ ਵੱਜਦਾ ਤਾਰ ਬਿਨਾਂ। ਇਹ ਜਿਹੜਾ ਇਨਕਲਾਬ ਦਾ ਤੂੰਬਾ ਤੁਸੀਂ ਵਜਾਇਆ, ਇਹਦੇ 'ਚ ਤਾਰ ਕਿਹੜੀ ਸੀ? ਤਾਰ ਸਾਡੀਆਂ ਭਾਵਨਾਵਾਂ ਦੀ ਹੈ ਵੀਰੇ, ਤੁਹਾਡੀਆਂ ਭਾਵਨਾਵਾਂ ਦੀ ਹੈ। ਸਾਡਾ ਤਾਰ ਉਸ ਮਿੱਟੀ ਪ੍ਰਤੀ ਸਾਡਾ ਮੋਹ ਹੈ, ਸਾਡੀ ਭਾਵਨਾ ਹੈ, ਸਾਡੇ ਫਰਜ਼ ਨੇ, ਸਾਡੀਆਂ ਜ਼ਿੰਮੇਵਾਰੀਆਂ, ਤਾਂ ਇਹੀ ਸਾਰੀ ਭਾਵਨਾ ਵੀਰ, ਇਹੀ ਤਾਰ ਹੈ। गरेवाल ਸਾਹਿਬ, ਜਦ ਤੋਂ ਇਹ ਸੰਘਰਸ਼ ਦੀ ਆਰੰਭਤਾ ਹੋਈ ਹੈ ਪਰ ਗਰਮੀਆਂ 'ਚ ਅਸੀਂ ਉਦੋਂ ਤੋਂ ਕਵਰੇਜ ਦੇ ਉੱਤੇ, ਜਦ ਤੋਂ ਤੁਸੀਂ ਸ਼ੁਰੂਆਤ ਕੀਤੀ ਤਾਂ ਜਿਨ੍ਹਾਂ ਟਰਾਲੀਆਂ ਦੇ ਵਿੱਚ ਤੁਸੀਂ ਚੜ੍ਹਦੇ ਸੀ ਉਹਨਾਂ ਟਰਾਲੀਆਂ ਦੇ ਵਿੱਚ ਜਗ੍ਹਾ ਨਹੀਂ ਸੀ ਹੁੰਦੀ ਕਲਾਕਾਰ ਰੁਕਣ ਦੀ, ਖਲੋਣ ਦੀ। ਇਹਨੇ ਕਲਾਕਾਰ ਤੁਹਾਡੇ ਸੱਜੇ ਖੱਬੇ ਇਰਦ ਗਿਰਦ ਦਿਖਾਈ ਦਿੰਦੇ ਸੀ, ਨਾਮਰ ਕਲਾਕਾਰ। ਸਮਾਂ ਬੀਤਦਾ ਗਿਆ, ਸਮਾਂ ਬੀਤਦਾ ਗਿਆ। ਅੱਜ ਸਿਰਫ ਤੁਹਾਡੇ ਨਾਲ ਇੱਕ ਰਾਮ ਲక్ష్మణ ਦੀ ਜੋੜੀ ਵਰਗੀ ਜੋੜੀ ਹੈ, ਬਾਕੀ ਕਲਾਕਾਰ ਕਿਤੇ ਦਿਖਾਈ ਨਹੀਂ ਦੇ ਰਹੇ। ਖੈਰ ਮੈਂ ਇਹ ਤਾਂ ਨਹੀਂ ਜਾਣਨਾ ਚਾਹਾਂਗਾ ਕਿ ਉਹਨਾਂ ਦਾ ਯੋਗਦਾਨ ਆਪਣਾ ਆਪਣਾ ਤਰੀਕਾ, ਪਰ ਫਿਰ ਵੀ ਜਨਤਾ ਦਾ ਸਵਾਲ ਹੈ ਕਿ ਆਖਿਰ ਉਹ ਕਿੱਥੇ ਗਾਇਬ ਹੋ ਗਏ। ਇਹ ਤਾਂ ਵੀਰ ਹੁਣ ਉਹੀ ਦੱਸ ਸਕਦੇ ਆ ਭਰਾ ਸਾਰੇ, ਪਰ ਸਾਨੂੰ ਲਾਂਭਾ ਕਿਸੇ ਨਾਲ ਕੋਈ ਨਹੀਂ ਹੈ, ਕਿਉਂਕਿ ਇੱਕ ਬੜੀ ਕਲੀਅਰ ਜੀ ਸਟੇਟਮੈਂਟ ਹੈ ਕਿ ਜਿਸ ਜਗ੍ਹਾ 'ਤੇ ਮੋਰਚਾ ਚਾਹੁੰਦੇ ਸੀ ਸਾਰੇ ਅਸੀਂ ਗਾਉਣ ਵਾਲੇ ਭੈਣ ਭਰਾ, ਤਾਂ ਉਸ ਸਟੇਜ 'ਤੇ ਮੋਰਚਾ ਹੈਗਾ ਅੱਜ, ਉਸ ਚੜ੍ਹਦੀ ਕਲਾ 'ਚ ਹੈਗਾ। ਸੋ ਮੈਨੂੰ ਲੱਗਦਾ ਕਿ ਮਹਾਰਾਜ ਨੇ, ਸੱਚੇ ਪਾਤਸ਼ਾਹ ਨੇ ਜੀ ਤੋਂ ਵੀ ਜਿੰਨੀ ਵੀ ਹਾਜ਼ਰੀ ਲਵਾਈ ਹੈ, ਤਾਂ ਕਿਉਂਕਿ ਡਿਜ਼ਾਈਨਿੰਗ ਉਸੇ ਦੀ ਹੈ। ਅਖੀਰ 'ਤੇ ਆ ਕੇ ਮੇਰੇ ਕੋਲ ਤਾਂ ਇੱਕੋ ਹੀ ਜਵਾਬ ਹੁੰਦਾ ਕਿ ਖੇਡ ਸੱਚੇ ਪਾਤਸ਼ਾਹ ਦੀ ਹੈ। ਮੈਂ ਤਾਂ ਕਈ ਵਾਰੀ ਸਟੇਜਾਂ 'ਤੇ ਇਹ ਵੀ ਕਹਿ ਦਿੰਦਾ ਕਿ ਬਿੱਲ ਵੀ ਮਹਾਰਾਜ ਨੇ ਭੇਜਿਆ, ਕਿਉਂਕਿ ਬਹੁਤ ਕੁਛ ਕਰਵਾਉਣਾ ਸੀ ਸਾਥੋਂ ਸਾਰਿਆਂ ਤੋਂ ਸੱਚੇ ਪਾਤਸ਼ਾਹ ਨੇ। ਸੋ ਇਸ ਕਰਕੇ ਉਹਦੀ ਖੇਡ ਹੈ। ਤਾਂ ਜੋ ਜਿੰਨਾ ਵੀ ਆਇਆ ਮੇਰੇ ਖਿਆਲ 'ਚ ਬਹੁਤ ਸੋਹਣਾ ਆਇਆ। ਅਤੇ ਬਾਕੀ ਇਹ ਕਿ ਇਹ ਨਹੀਂ ਹੈ ਕਿ ਕਲਾਕਾਰ ਕੋਈ ਆ ਹੀ ਨਹੀਂ ਰਿਹਾ, ਬਹੁਤ ਸਾਰੇ ਕਲਾਕਾਰ ਆ ਰਹੇ ਹੈ, ਰੂਟੀਨ 'ਚ ਆ ਰਹੇ ਹੈ। ਜਿਵੇਂ ਕੁੰਡਲੀ ਬਾਰਡਰ 'ਤੇ ਦੇਖਦੇ ਹੈ, ਟਿਕਰੀ ਬਾਰਡਰ ਤੇ ਦੇਖਦੇ ਹਾਂ, ਤਾਂ ਉੱਥੇ ਮੋਸਟਲੀ ਕਲਾਕਾਰ ਭਰਾ ਸਾਡੇ, ਭੈਣਾਂ ਸਾਡੀਆਂ ਹਰ ਰੋਜ਼ ਆਉਂਦੀਆਂ, ਫਿਲਮੀ ਐਕਟਰ ਜਿਹੜੇ ਆਉਂਦੇ ਰਹਿੰਦੇ ਆ ਜੀ। गरेवाल ਸਾਹਿਬ, ਚਾਹੇ ਇੱਥੇ ਕਿਸਾਨ ਵੀਰ ਬੈਠੇ ਨੇ, ਚਾਹੇ ਅਸੀਂ ਮੀਡੀਆ ਕਰਮੀ ਹਾਂ, ਅਸੀਂ ਕੁਝ ਦਿਨ ਲਗਾਉਣ ਤੋਂ ਬਾਅਦ ਨਾ ਘਰ ਜਾਣਾ ਜ਼ਰੂਰੀ ਹੋ ਸਕਦਾ, ਨਹੀਂ ਤਾਂ ਫੋਨ ਬੜੇ ਆਉਂਦੇ ਨੇ। ਪਰ ਅਸੀਂ ਤੁਹਾਨੂੰ ਤਿੰਨਾਂ ਵੀਰਾਂ ਨੂੰ, ਤੁਹਾਡੇ ਜਜ਼ਬੇ ਨੂੰ, ਤੁਹਾਡੀ ਕੁਰਬਾਨੀ ਨੂੰ ਇੱਕ ਸਲਾਮ ਕਰਨ ਨੂੰ, ਸਜਦਾ ਕਰਨ ਨੂੰ ਵੀ ਜੀ ਕਰਦਾ, ਔਰ ਇਹ ਵੀ ਕਹਿਣ ਨੂੰ ਜੀ ਕਰਦਾ ਕਿ ਇੰਨੀ ਐਨਰਜੀ ਆ ਕਿੱਥੋਂ ਰਹੀ? ਇਹ ਮਹਾਰਾਜ ਦੀ ਹੋਈ ਜੀ ਸਾਰੀ। ਅਤੇ ਬਾਕੀ ਇਹ ਨਹੀਂ ਬਾਈ, ਵੱਡੇ ਬਾਈ ਅਸੀਂ ਵੀ ਜਾਂਦੇ ਹਾਂ ਘਰੇ, ਜਿਵੇਂ ਅੱਜ ਹੁਣ ਪੰਜਾਬ ਚੱਲੇ ਹਾਂ, ਤਾਂ ਅੱਜ ਪੰਜਾਬ ਚੱਲੇ ਹਾਂ। ਹੁਣ 26 ਤੋਂ ਪਹਿਲਾਂ ਅਸੀਂ 24 ਨੂੰ ਆ ਜਾਈਏ ਜਾਂ 25 ਨੂੰ ਆ ਜਾਈਏ, 2-3 ਦਿਨ ਲਈ ਚੱਲੇ ਹਾਂ ਅਸੀਂ ਵੀ। ਹੁਣ ਘਰਾਂ ਨੂੰ ਉੱਥੇ ਕੁਛ ਕੰਮਕਾਰ ਸੀ, ਬਾਕੀ ਐਨਰਜੀ ਤਾਂ ਬਾਈ ਇਹ ਔਰਾ ਹੈ ਨਾ। ਇੱਥੇ ਹੁਣ ਆਏ ਸੀ ਤਾਂ ਪ੍ਰਸ਼ਾਦਾ ਛਕਣ ਬੈਠੇ ਸੀ ਬਾਪੂ ਜੀ ਹੋਰਾਂ ਕੋਲੇ, ਤਾਂ ਇੱਥੋਂ ਦੀ ਇੱਕ ਆਪਣੀ ਐਨਰਜੀ ਹੈ ਹੈ ਨਾ। ਸਭ ਧਰਮਾਂ ਦੇ, ਸਭ ਜ਼ਾਤਾਂ ਦੇ ਲੋਕ ਇਕੱਠੇ ਆ ਇੱਥੇ, ਬਹੁਤ ਸਾਰੀਆਂ ਸਟੇਟਾਂ ਤੋਂ ਲੋਕ ਆਏ ਵੇ, ਤਾਂ ਹਰ ਇੱਕ ਆਪਣੀ ਆਪਣੀ ਐਨਰਜੀ ਲੈ ਕੇ ਆਇਆ।
ਪਰ ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਜਦੋਂ ਇੱਥੇ ਮੋਰਚੇ 'ਚ ਆ ਗਿਆ ਨਾ ਕੋਈ ਮੇਰੇ ਵਰਗਾ ਸ਼ੈਤਾਨ ਵੀ ਆ ਗਿਆ ਤਾਂ ਉਹਨੂੰ ਟਾਈਮ ਨਹੀਂ ਲੱਗਿਆ ਸਾਧ ਬਣਨ 'ਚ। ਜਦੋਂ ਇੱਥੇ ਭਾਵਨਾ 'ਚ ਉਹ ਵੀ ਉਸੇ ਰੰਗ 'ਚ ਹੀ ਰੰਗਿਆ ਗਿਆ। ਸੋ ਇੱਕ ਔਰਾ ਹੀ ਇੱਦਾਂ ਦਾ ਡਿਵੈਲਪ ਹੋਇਆ ਪਿਆ। ਸੋ ਇਸ ਔਰੇ 'ਚ ਜਿਹੜਾ ਵੀ ਆਊਗਾ ਤਾਂ ਮਹਾਰਾਜ ਨੇ એનર્ਜੀ ਤਾਂ ਕੋਈ ਕਮੀ ਛੱਡਣੀ ਨਹੀਂ। ਸੋ ਇਸੇ ਕਰਕੇ ਸਾਰੇ ਚੜ੍ਹਦੀ ਕਲਾ 'ਚ ਹੈ। ਅੱਛਾ, ਤੁਹਾਡੀ ਜੋ ਇਸ ਵੇਲੇ ਸੁਭਾਅ, ਤੁਹਾਡੀ ਗੱਲਬਾਤ, ਤੁਹਾਡੀ ਉਸ ਲਹਿ ਦੇ ਵਿੱਚ ਤੁਸੀਂ ਜਿਹੜੀਆਂ ਸੁਰਾਂ ਛੇੜਦੇ ਹੋ, ਇਹ ਤਾਂ ਇੱਕ ਮੈਂ ਕਹਾਂ ਮੈਂ ਆਪਣੇ ਤੌਰ ਤੇ ਤਾਂ ਅਸੀਂ ਵੀ ਜਦੋਂ ਸੁਣਦੇ ਹਾਂ ਤਾਂ ਕਈ ਵਾਰ ਆਪਣੀਆਂ ਅੱਖਾਂ ਵਿੱਚ ਵੀ ਨਾ ਹੰਝੂ ਆਉਂਦੇ ਨੇ, ਨਮ ਹੋ ਜਾਂਦੇ ਨੇ। ਸੋ ਇਹ ਫੱਕਰ ਗਾਇਕੀ ਔਰ ਇਨਕਲਾਬੀ ਗਾਇਕੀ, ਇਹ ਕ੍ਰਾਂਤੀਕਾਰੀ ਗਾਇਕੀ, ਹਰ ਇੱਕ ਤਰ੍ਹਾਂ ਦਾ ਸੁਮੇਲ ਹੈ ਇਸ ਗਾਇਕੀ ਦੇ ਵਿੱਚ। ਜਿਹੜੀ ਗਾਇਕੀ ਤੁਸੀਂ ਜਦੋਂ ਅਜੇ ਬਾਰਡਰ ਟੱਪੇ ਨਹੀਂ ਸੀ, ਬਾਰਡਰ ਤੋੜੇ ਨਹੀਂ ਸੀ, ਤੇ ਉਸ ਸਮੇਂ ਹੀ ਉਹ ਗਾਣੇ ਜਿਹੜੇ ਸੀ ਤੁਸੀਂ ਗਾ ਦਿੱਤੇ ਸੀ, ਜਿਹੜੇ ਅੱਜ ਤੇ ਢੁਕਦੇ ਪਏ ਨੇ। 2-2 ਮਹੀਨੇ ਪਹਿਲਾਂ ਹੀ ਤੁਸੀਂ ਗਾਣੇ ਉਹ ਗਾ ਦਿੱਤੇ ਤੁਹਾਡੀ ਇਸ ਕਾਮਯਾਬ ਜੋੜੀ ਨੇ। ਸੋ ਇਹ ਆਈਡੀਆ ਸੀ ਕਿ ਜਾਂ ਤੁਹਾਨੂੰ ਇੱਕ ਪਹਿਲਾਂ ਹੀ ਪਤਾ ਸੀ ਕਿ ਇਦਾਂ ਹੋ ਸਕਦਾ ਹੋਣਾ? ਨਹੀਂ, ਪਤਾ ਤਾਂ ਕੁਝ ਵੀ ਨਹੀਂ ਸੀ। ਪਤਾ ਤਾਂ ਹੁਣ ਵੀ ਸਾਨੂੰ ਇੱਡੀ ਕਿੱਥੇ ਮੱਤ ਸਾਡੀ ਕਿ ਸਾਨੂੰ ਕੁਝ ਪਤਾ ਹੋਵੇ। ਸਾਨੂੰ ਕੁਝ ਵੀ ਨਹੀਂ ਪਤਾ, ਬਸ ਇਹ ਤਾਂ ਇੱਕ ਭਾਵਨਾ ਹੁੰਦੀ ਹੈ। ਔਰ ਵੈਸੇ ਵੀ ਜਿਹੜੇ ਕਲਾਕਾਰ ਲੋਕ ਹੁੰਦੇ ਆ ਕਲਪਨਾ 'ਚ ਰਹਿੰਦੇ ਆ। ਕਈ ਐਸੀਆਂ ਜਾਣੀ ਗੱਲਾਂ ਜ਼ਿੰਦਗੀ 'ਚ ਹੁੰਦੀਆਂ ਰਹਿੰਦੀਆਂ ਜਿੱਥੇ ਕਲਪਨਾ ਕਰਦੇ ਆ। ਤਾਂ ਸਾਡੇ ਭਰਾ ਨੇ ਲਿਖਿਆ ਸੀ, ਵਰੀ ਰਾਏ ਨੇ, ਫਸਲਾਂ ਦੇ ਫੈਸਲੇ ਕਿਸਾਨ ਕਰੂਗਾ। ਜਾਂ ਬਾਕੀ ਜਿਹੜੇ ਗੀਤ ਜਿਵੇਂ ਪੇਚਾ ਪੈ ਗਿਆ ਸੈਂਟਰ ਨਾਲ, ਜਾਂ ਸੜਕਾਂ ਸਾਡੇ ਲਈ ਕਿਲੇ ਬਣ ਗਈਆਂ, ਸੜਕਾਂ ਨੇ ਪਾਤਸ਼ਾਹ, ਜ਼ਿੰਦਾਬਾਦ ਨਹੀਂ ਜਵਾਨੀ ਹੈ, ਉਹ ਹਾਰਫ ਨੇ ਲਿਖੇ ਸਾਰੇ ਗਾਣੇ। ਅਸੀਂ ਦੋਵੇਂ ਭਰਾਵਾਂ ਨੇ ਇਕੱਠਿਆਂ ਨੇ ਗਾਏ ਉਹ ਗੀਤ। ਸੋ ਕਈ ਗਾਣੇ ਸੀ ਸਮੇਂ ਦੇ ਹਾਰ ਦੇ ਸੀ, ਨਾਲ ਹੀ ਚੱਲ ਰਹੇ ਸੀ। ਕਈ ਪਹਿਲਾਂ ਕਲਪਨਾ ਸੀ, ਉਹ ਤਾਂ ਸੱਚੇ ਪਾਤਸ਼ਾਹ ਦਾ ਸ਼ੁਕਰ ਹੈ ਕਿ ਉਹ ਕਲਪਨਾ ਕੀਤੀ ਸੀ। ਤਾਂ ਉਹ ਕਲਪਨਾ ਉਦੋਂ ਸਾਡੇ ਸਾਹਮਣੇ ਉਹ ਤਸਵੀਰ ਵੀ ਆ ਗਈ ਕਿ ਉਹ ਵਾਕਈ ਏਡੇ ਏਡੇ ਇਕੱਠ ਹੋ ਗਏ ਕਿ ਜਿਹੜੇ ਸੈਂਟਰ ਗਵਰਨਮੈਂਟ ਦੇ ਲਈ ਜਾਣੀ ਕਾਫੀ ਡਿਫਰੈਂਟ ਜਿਹੜੇ ਹਾਲਾਤ ਬਣਾਈ ਬੈਠੇ ਆ। ਗਰੇਵਾਲ ਜੀ, ਬਜ਼ੁਰਗ ਤਾਂ ਸ਼ੁਰੂ 'ਚ ਬਾਹਰ ਨਿਕਲੇ, ਜਿਹੜੇ ਕਿਸਾਨ ਜਥੇਬੰਦੀਆਂ ਨਾਲ ਜੁੜੇ ਸੀ ਉਹ ਬਾਹਰ ਆਏ, ਸਾਡੇ ਕੈਮਰਿਆਂ ਨੇ ਦੇਖਿਆ ਔਰ ਜਨਤਾ ਨੂੰ ਦਿਖਾਇਆ। ਨੌਜਵਾਨਾਂ ਦੀ ਸ਼ਮੂਲੀਅਤ ਉਹਨਾਂ 'ਚ ਬਹੁਤ ਘੱਟ ਸੀ। ਜਦ ਤੋਂ ਤੁਸੀਂ ਮੈਦਾਨ 'ਚ ਆਉਂਦੇ ਹੋ, ਤੁਹਾਡੇ ਤੋਂ ਬਾਅਦ ਇੱਕ ਇੱਕ ਕਰਕੇ ਜਦੋਂ ਨੌਜਵਾਨ ਬਾਹਰ ਆਉਂਦਾ ਤੇ ਨੌਜਵਾਨਾਂ ਦਾ ਕਾਫਲਾ ਲੱਖਾਂ ਦੇ ਵਿੱਚ ਅੱਜ ਖੜਾ ਦਿਖਾਈ ਦੇ ਰਿਹਾ। ਅੱਜ ਜੇ ਬਜ਼ੁਰਗਾਂ ਦੇ ਨਾਲ ਨੌਜਵਾਨ ਖੜੇ ਨੇ ਤਾਂ ਸਰਕਾਰਾਂ ਨੂੰ ਦੰਦਲ ਪੈ ਰਹੀ ਹੈ, ਕਿਤੇ ਨਾ ਕਿਤੇ ਨਾ ਵੇ ਕੱਲ੍ਹ ਨੂੰ ਪੇਚਾ ਪੈ ਜਾਏ ਸੈਂਟਰ ਨਾਲ। ਦੇਖੋ, ਇੱਕ ਤਾਂ ਇਹ ਚੀਜ਼ਾਂ ਲਈ ਜਾਣੀ ਮੇਰਾ ਆਪਣਾ ਪਰਸਨਲੀ ਭਾਵ ਹੈ ਕਿ ਕਲਾਕਾਰਾਂ ਨੇ ਗੀਤ ਗਾਏ, ਆਪਣੀਆਂ ਹਾਜ਼ਰੀਆਂ ਲਵਾਈਆਂ ਤੇ ਨੌਜਵਾਨ ਨਿਕਲੇ, ਪਰ ਇਕੱਲਾ ਇਹ ਕਾਰਨ ਵੀ ਨਹੀਂ ਹੈ। ਇਹ ਵੀ ਸਾਰੇ ਜਿਹੜੇ ਨੌਜਵਾਨ ਹੈ ਇਹਨਾਂ ਨੂੰ ਅਸੀਂ ਇਸੇ ਗੱਲ ਤੇ ਨਹੀਂ ਛੱਡ ਸਕਦੇ ਇਕੱਲੇ ਕਿ ਜੇ ਗਾਉਣ ਵਾਲਿਆਂ ਨੇ ਗਾਣੇ ਗਾਤੇ, ਕੁਛ ਅਗਰੈਸਿਵ ਜੇ ਗਾਣੇ ਗਾਤੇ ਤੇ ਇਹ ਘਰੋਂ ਬਾਹਰ ਨਿਕਲੇ। ਨਹੀਂ, ਜਿੰਨਾ ਕੁੱਖਾਂ 'ਚੋਂ ਇਹ ਸਾਰੇ ਸਾਡੇ ਭਰਾ ਆਏ ਵੇ ਹੈ ਹੈ ਬੇਸ਼ੱਕ ਸਾਰੀਆਂ ਉਹ ਭਾਗਾਂ ਵਾਲੀਆਂ ਕੁੱਖਾਂ ਨੇ, ਉਹਨਾਂ ਮਾਵਾਂ ਦੇ ਆਪਣੇ ਜਪਤ ਆਪਣੇ, ਉਹਨਾਂ ਦਾ ਆਪਣਾ ਮਿੱਟੀ ਨਾਲ ਇੱਕ ਲਗਾਵ ਹੈ, ਉਹਨਾਂ ਦੀ ਇੱਕ ਆਪਣੀ ਖਿਆਲਾਂ ਦੀ ਲਾਈਨ ਹੈ। ਤਾਂ ਉਹ ਨੋ ਡਾਊਟ ਜੋ ਮਾਂ ਕੋਲੇ ਸੀ ਉਹ ਪੁੱਤ 'ਚ ਵੀ ਆਇਆ। ਤਾਂ ਹੁਣ ਜਦੋਂ ਇਹ 20 ਸਾਲਾਂ ਦੇ, 15 ਸਾਲਾਂ ਦੇ, ਜਾਂ ਵੱਡੀਆਂ ਉਮਰ ਵਾਲੇ 25 30 35 ਸਾਲਾਂ ਵਾਲੇ, ਸਾਰਿਆਂ ਨੂੰ ਨੌਜਵਾਨ ਹੀ ਕਹਿੰਦੇ ਆਪਾਂ, ਜਦੋਂ ਬਾਹਰ ਆਇਆ ਤਾਂ ਹੋਰ ਬਹੁਤ ਕੁਛ ਨਾਲ ਸੀ ਜਿਹੜਾ ਇਹਨਾਂ ਨੂੰ ਇੱਥੋਂ ਤੱਕ ਖਿੱਚ ਕੇ ਲੈ ਕੇ ਆਇਆ। ਪਰ ਲੋਕ ਤਾਂ ਕਹਿ ਰਹੇ ਕਿ ਕਨਵਰ ਗਰੇਵਾਲ ਨੇ ਪੱਥਰ ਤਰਾਸ਼ ਕੇ ਜਿਹੜੇ ਨੇ ਹੀਰੇ ਬਣਾ ਦਿੱਤੇ। ਦੇਖੋ, ਇਹ ਤਾਂ ਮਹਾਰਾਜ ਵੱਲੋਂ ਸਾਡੇ ਇਮਤਿਹਾਨ ਨੇ ਤਿੰਨੇ ਭਰਾਵਾਂ ਦੇ। ਜੇ ਸਾਨੂੰ ਕੋਈ ਇਹ ਗੱਲ ਕਹਿ ਵੀ ਦੇਊਗਾ ਤਾਂ ਸਾਡੇ ਕੋਲ ਐਡਾ ਕੁ ਵੱਡਾ ਹੌਸਲਾ ਹੋਣਾ ਚਾਹੀਦਾ, ਐਡਾ ਜੇਰਾ ਹੋਣਾ ਚਾਹੀਦਾ ਕਿ ਸਾਨੂੰ ਪਹਿਲਾਂ ਗੁਰੂ ਮਹਾਰਾਜ ਦੀ ਗੱਲ ਚੇਤੇ ਆਵੇ ਕਿ ਅਸੀਂ ਕੌਣ ਹੁੰਦੇ ਹਾਂ, ਕਿ ਅਸੀਂ ਆਵਾਜ਼ ਵੀ ਕੱਢ ਜਾਈਏ, ਅਸੀਂ ਕੌਣ ਹੁੰਦੇ ਹਾਂ ਕਿ ਗੀਤ ਵੀ ਗਾ ਜਾਈਏ, ਅਸੀਂ ਕੌਣ ਹੁੰਦੇ ਹਾਂ ਵੀ ਸਾਡੇ ਕਰਕੇ ਕੋਈ ਇੱਕ ਬੰਦਾ ਵੀ ਆ ਜਾਏ। ਉਹਦੀ ਖੇਡ ਸਾਥੋਂ ਗਵਾਈ ਜਾਂਦਾ ਮਹਾਰਾਜ, ਇਹਨਾਂ ਨੂੰ ਸੁਣਵਾਈ ਜਾਂਦਾ ਹੈ, ਇਹਨਾਂ ਨੂੰ ਘਰੋਂ ਕੱਢੀ ਜਾਂਦਾ। ਤਾਂ ਅਸੀਂ ਸਾਰੇ ਰਲ ਮਿਲ ਕੇ, ਇਹ ਕੁਛ ਸਾਥੋਂ ਛੋਟੇ ਭਰਾ ਹੈ, ਕੁਛ ਆਂਦੇ ਆ, ਕੁਛ ਵੱਡੇ ਆ, ਸਾਰੇ ਰਲ ਮਿਲ ਕੇ ਆਪਦੀਆਂ ਮਾਵਾਂ ਨਾਲ, ਸਾਡੇ ਬਜ਼ੁਰਗਾਂ ਨਾਲ, ਪਿਓ ਦਾਦਿਆਂ ਨਾਲ, ਸਾਡੀਆਂ ਭੈਣਾਂ ਦੀ ਰਾਖੀ ਲਈ ਅਸੀਂ ਸਾਰੇ ਬੈਠੇ ਹਾਂ ਇੱਥੇ ਜ਼ਿੰਮੇਵਾਰੀ। ਗਰੇਵਾਲ ਸਾਹਿਬ, ਬਹੁਤ ਸਾਰੇ ਐਸੇ ਸੇਵਾਦਾਰ ਨੇ ਜਿਨ੍ਹਾਂ ਦਾ ਪੇਚਾ ਪੈ ਗਿਆ ਸੈਂਟਰ ਨਾਲ, ਪੇਚਾ ਪੈ ਗਿਆ। ਮੈਂ ਤੁਹਾਨੂੰ ਇਹ ਪੁੱਛਿਆ ਵੀ ਬਾਕੀਆਂ ਦਾ ਤਾਂ ਪੈ ਗਿਆ, ਕਿਤੇ ਨਾ ਪਤਾ ਹੋਵੇ ਕਿਸੇ ਨੂੰ, ਤੁਹਾਡਾ ਤਾਂ ਬਚਾ ਹੀ ਹੈ ਨਾ, ਕਿਸੇ ਦਾ ਪੇਚਾ ਤਾਂ ਨਹੀਂ ਪਿਆ ਸੈਂਟਰ, ਮਤਲਬ ਐਨ ਆਈ ਹੈ। ਪੇਚੇ ਬਾਰੇ ਗੱਲ ਕਲੀਅਰ ਕਰ ਹਰ ਦੱਸ ਤੂੰ। ਇਹ ਸਵਾਲ ਹੈ ਪੇਚਾ ਕਿਉਂਕਿ ਲਿਖਿਆ ਹਰਫ ਨੇ। ਹਾਂ, ਤੁਸੀਂ NIA ਦੀ ਗੱਲ ਕਰ ਰਹੇ ਹੋ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨਾਲ। ਪਤਾ ਕੀ ਆ, ਉਹ ਵੀ ਕਿਤੇ ਨਾ ਕਿਤੇ ਹੁਣ ਤੁਸੀਂ ਹਿਸਾਬ ਲਾ ਲਓ, ਸਰਕਾਰ ਦੀਆਂ ਏਜੰਸੀਜ਼ ਵੀ ਕੰਮ ਕਰ ਰਹੀਆਂ ਨੇ ਇਸ ਚੀਜ਼ ਦੇ ਉੱਤੇ ਨਾ, ਵੀ ਇਹ ਅੰਦੋਲਨ ਦੇ ਵਿੱਚ ਜਿਵੇਂ ਹੁਣ ਮੰਨ ਲਓ ਵੀ ਜਿਹੜੇ ਵੀ ਲੋਕ ਅੱਗੇ ਹੋਏ ਨੇ ਉਹਨਾਂ ਦੇ ਵਿੱਚ ਕੀ ਚੱਲ ਰਿਹਾ, ਜਾਂ ਕੀ ਮਤਲਬ ਜਿਵੇਂ ਹੁਣ ਬਾਹਰਲੇ NRIਆਂ ਦੇ ਜੋ ਵੀ ਪੈਸੇ ਆ ਰਹੇ ਨੇ ਜਾਂ ਸਭ ਕੁਛ ਹੈ ਨਾ, ਕਿਤੇ ਨਾ ਕਿਤੇ ਪਤਾ ਕੀ ਆ, ਇਹਦੇ ਵਿੱਚ ਆਪਾਂ ਉਹਨਾਂ ਨੂੰ ਗਲਤ ਨਹੀਂ ਕਹਿ ਸਕਦੇ। ਮੈਨੂੰ ਲੱਗਦਾ ਜੇ ਇੱਥੇ ਅਸੀਂ ਅੰਦੋਲਨ ਕਰੀ ਜਾਂਦੇ, ਅਸੀਂ ਵੀ ਤਾਂ ਰੋਜ਼ ਦੇਖਦੇ ਹਾਂ ਨਾ ਵੀ ਇੱਥੇ ਕੋਈ ਕੁਛ ਭੈਟ ਤਾਂ ਨਹੀਂ ਕਰ ਰਿਹਾ, ਫਿਰ ਹਰੇਕ ਨੂੰ ਹੱਕ ਆ।
ਉਹ ਵੀ ਆਪਦੀ ਇਨਵੈਸਟੀਗੇਸ਼ਨ ਕਰੀ ਜਾਂਦੇ ਨੇ, ਇੱਧਰੋਂ ਆਪਾਂ ਵੀ ਕਰੀ ਜਾਂਦੇ ਹਾਂ। ਮੈਨੂੰ ਲੱਗਦਾ ਜੇ ਸਾਡੇ ਤੇ ਕੋਈ ਸਵਾਲ ਉੱਠਦਾ ਜੇ ਅਸੀਂ ਸਹੀ ਆ, ਹੁਣ ਅਸੀਂ ਜਿਵੇਂ ਬਾਈ ਦੱਸਦਾ ਵੀ ਆਪਣਾ ਅਸੀਂ ਸ਼ੁਰੂ ਤੋਂ ਤਿੰਨੇ ਭਾਈ ਤੁਰੇ ਹੋਏ ਆ ਨਾ, ਹੁਣ ਜੇ ਸਾਡੇ ਵੱਲ ਕੋਈ ਉਂਗਲ ਉੱਠੂਗੀ ਜਾਂ ਕੁਝ ਵੀ ਲਾ ਲਓ ਨਾ, ਚਲੋ ਸਪੈਸ਼ਲੀ ਇਨਵੈਸਟੀਗੇਸ਼ਨ ਐਂਗਲ ਤੋਂ ਆਪਾਂ ਗੱਲ ਕਰੀਏ, ਮੈਨੂੰ ਲੱਗਦਾ ਵੀ ਜਾ ਕੇ ਅਸੀਂ ਕਲੀਅਰੈਂਸ ਦੇ ਦਾਂਗੇ। ਜਦੋਂ ਅਸੀਂ ਗਲਤੀ ਨਹੀਂ ਕਿਤੇ ਵੀ, ਅਸੀਂ ਸਾਡੀ ਇੱਕ ਭਾਵਨਾ ਅੰਦੋਲਨ ਪ੍ਰਤੀ ਉਸ ਨਾਲ ਤੁਰੇ ਹੋਏ ਆ। ਬਸ ਮੈਨੂੰ ਲੱਗਦਾ ਵੀ ਹਰੇਕ ਨੂੰ ਹੱਕ ਆ ਪੁੱਛਣ ਦਾ, ਤੇ ਸਾਡੇ ਕੋਲ ਜਵਾਬ ਹੋਣਾ ਜ਼ਰੂਰੀ ਆ। ਮੇਰਾ ਕਹਿਣ ਦਾ ਭਾਵ ਹੈ ਕਿ ਜਿਹਨੂੰ ਫਿਰ NIA ਦਾ ਸਾਹਮਣ ਆਇਆ ਉਹਨੂੰ ਫਿਰ ਇਹੋ ਹੀ ਕਹਿਣ ਖਿੱਚ ਲਾ ਜੱਟਾ ਖਿੱਚ ਤਿਆਰੀ ਤੇ ਪੇਚਾ ਪੈ ਗਿਆ ਸੈਂਟਰ। ਇਹ ਪੇਚਾ ਵੱਖਰਾ, ਉਹ ਪੇਚਾ ਵੱਖਰਾ। ਬਾਕੀ ਬਾਬਾ ਇਹ ਹੈ ਗੱਲ ਹਨਾ, ਜਦੋਂ ਘਰੋਂ ਨਿਕਲੀ ਪਏ ਤਾਂ ਫਿਰ ਔਕੜਾਂ ਤਾਂ ਆਉਂਦੀਆਂ ਹੀ ਹੁੰਦੀਆਂ। ਆ ਪਿਛਲਾ ਮਹੀਨਾ ਪੋਹ ਦਾ ਹੈ ਤਾਂ ਸਾਰਾ ਇਤਿਹਾਸ ਅਸੀਂ ਪੜ੍ਹ ਕੇ ਵੱਡੇ ਹੋਏ ਹਾਂ। ਸਾਨੂੰ ਪਤਾ ਸੀ ਸਾਡਾ ਪਿਓ ਜਦੋਂ ਮਾਛੀਵਾੜੇ ਦੇ ਜੰਗਲਾਂ 'ਚ ਪਿਆ, ਜੇ ਸਾਡਾ ਪਿਓ ਪੈ ਸਕਦਾ ਹੈ ਹਨਾ, ਸਾਡੇ ਬਾਬੇ ਇੱਦਾਂ ਸ਼ਹੀਦੀਆਂ ਦੇ ਸਕਦੇ ਆ, ਸਾਡੀ ਦਾਦੀ, ਸਾਡੀ ਮਾਤਾ, ਸਾਰਾ ਪਰਿਵਾਰ ਇੱਦਾਂ ਜਾ ਸਕਦਾ। ਅਸੀਂ ਵੀ ਤਾਂ ਉਹਨਾਂ ਦੇ ਧੀਆਂ ਪੁੱਤ ਹੈ। ਗਰੇਵਾਲ ਸਿੰਘ, ਜੋ ਸਰਕਾਰ ਦੀ ਤਾਕਤ ਸੀ, ਤੁਸੀਂ ਉਹ ਤਾਕਤ ਜਿਹੜੀ ਹੈ ਨਾ ਨਿਸੋ ਨਾਬੂਦ ਕਰ ਦਿੱਤੀ ਹੈ। ਉਹਨਾਂ ਦੇ ਉਹ ਸਾਰੇ ਹਥਿਆਰ ਜਿਹੜੇ ਆ ਬੇਕਾਰ ਕਰ ਦਿੱਤੇ ਨੇ। ਜਿਹੜੇ ਨੌਜਵਾਨ ਤੁਸੀਂ ਉਠਾ ਦਿੱਤੇ ਨੇ, ਤੇ ਉਹ ਲੋਕ ਪੁੱਛਦੇ ਨੇ ਕਨਵਰ ਗਰੇਵਾਲ ਦੇ ਕੋਲ ਐਸੀ ਕਿਹੜੀ ਪੋਟਾਸ਼ ਹੈ ਜਿਨ੍ਹਾਂ ਨੇ ਐਕਸਪਾਇਰੀ ਡੇਟ ਅਸਲਾ ਵੀ ਚਲਾਤਾ। ਇਹ ਜਿਹੜੇ ਗਿੱਲੇ ਬੰਬ ਸੀ ਉਹ ਵੀ ਉੱਠ ਕੇ ਧਮਾਕੇ ਕਰਨ ਡੈ ਪਏ ਨੇ। ਕਹਿੰਦਾ ਮਤਲਬ ਨੌਜਵਾਨੀ ਜਿਹਨੂੰ ਠੰਡੀ ਕਹੀ ਪਈ ਸੀ। ਸੋ ਇਹਦੇ ਬਾਰੇ ਵੀ ਅਕਸਰ ਸਵਾਲ ਕਰਦੇ ਨੇ ਕਿ ਕਨਵਰ ਗਰੇਵਾਲ ਦੀ ਐਸੀ ਕਿਹੜੀ ਪੋਟਾਸ਼ ਹੈ ਜਿਹਦੇ ਨਾਲ ਹੁਣ ਨੌਜਵਾਨ ਜਿਹੜੇ ਬੜਕਾ ਮਾਰਦੇ ਨੇ, ਪਟਾਕੇ ਪਾਉਂਦੇ ਨੇ। ਦੇਖੋ, ਮਿੱਟੀ ਲਈ ਜ਼ਿੰਮੇਵਾਰ ਨੇ ਇਹ ਸਾਰੇ ਭਰਾ ਸਾਡੇ, ਆਪਣੀ ਮਾਂ ਲਈ ਹਨਾ। ਤਾਂ ਇਸ ਕਰਕੇ ਨਹੀਂ ਠੀਕ ਹੈ, ਮੈਂ ਪਹਿਲਾਂ ਵੀ ਤੁਹਾਨੂੰ ਜਵਾਬ ਦੇ ਚੁੱਕਿਆ ਕਿ ਠੀਕ ਹੈ, ਮਾੜਾ ਮੋਟਾ ਕੋਈ ਮਹਾਰਾਜ ਨੇ ਸਾਡਾ ਤਿਲ ਫੁੱਲ ਪਵਾ ਲਿਆ ਹੋਣਾ ਵੀ ਗੀਤ ਗਾ ਤੇ ਉਹ ਹਾਲਾਤ ਉੱਦਾਂ ਦੇ ਬਣ ਗਏ। ਠੀਕ ਹੈ, ਪਰ ਮੇਰਾ ਉਹੀ ਜਵਾਬ ਹੈ ਕਿ ਆ ਜਿਹੜੇ ਸਾਡੇ ਬਜ਼ੁਰਗ ਬੈਠੇ ਆ ਚਿੱਟੇ ਦਾੜਿਆਂ ਵਾਲੇ, ਸੋ ਇਹਨਾਂ ਨੂੰ ਦੇਖ ਦੇਖ ਕੇ ਵੱਡੇ ਹੋਏ ਆ ਇਹ ਸਾਰੇ ਹਨਾ। ਅਸੀਂ ਇਹਨਾਂ ਦੇ ਹੀ ਪੁੱਤ ਹੈ। ਗਰੇਵਾਲ ਸਾਹਿਬ, ਹਰ ਸਟੇਜ ਤੋਂ ਤੁਹਾਡਾ ਇੱਕ ਸੰਦੇਸ਼ ਹੁੰਦਾ ਬਹੁਤ ਜ਼ਬਰਦਸਤ, ਵਾਹਿਗੁਰੂ, ਜੈ ਸ਼੍ਰੀ ਰਾਮ, ਅੱਲਾਹ। ਤੁਸੀਂ ਉਹਨਾਂ ਨੂੰ ਇੱਕ ਕਰ ਦਿੱਤਾ। ਇਹਦੀ ਤਾਜ਼ਾ ਉਦਾਹਰਣ ਇੰਡੀਆ ਦੀ ਟੀਮ ਜਿੱਤੀ ਹੈ। ਇੰਡੀਆ ਦੀ ਟੀਮ ਦੇ ਵਿੱਚ ਇੱਕ ਹਿੰਦੂ ਵੀਰ ਹੈ, ਉਹਨੇ 99 ਦੌੜਾਂ ਬਣਾਉਂਦਾ ਹੈ। ਸਿੱਖ ਵੀਰ ਹੈ ਤੇ ਉਹ ਬਣਾਉਂਦਾ 91 ਦੌੜਾਂ। ਮੁਸਲਮਾਨ ਵੀਰ ਹੈ ਤੇ ਉਹ 5 ਵਿਕਟਾਂ ਲੈਂਦਾ ਤੇ ਇੰਡੀਆ ਦੀ ਟੀਮ ਜਿੱਤ ਜਾਂਦੀ ਹੈ। ਤੁਹਾਡਾ ਉਹੀ ਫਾਰਮੂਲਾ ਇੱਥੇ ਕੰਮ ਆ ਗਿਆ। ਜੇ ਇੰਡੀਆ ਦੀ ਟੀਮ ਜਿੱਤ ਸਕਦੀ ਹੈ ਹਿੰਦੂ ਮੁਸਲਮਾਨ ਸਿੱਖ ਦੇ ਏਕੇ ਦੇ ਨਾਲ, ਤਾਂ ਇਹ ਜੰਗ ਤਾਂ ਫਿਰ ਲੱਗਦਾ। ਇਹ ਤੁਸੀਂ ਵਧੀਆ ਗੱਲ ਦੱਸੀ ਸਾਨੂੰ, ਅਸੀਂ ਸਟੇਜਾਂ 'ਤੇ ਵੀ ਬੋਲਿਆ ਕਰਾਂਗੇ। ਤਾਂ ਇੱਦਾਂ ਹੀ ਹੈ ਜੀ। ਰੌਲਾ ਇਹ ਹੈ ਕਿ ਅਸੀਂ ਤਾਂ ਇਸ ਚੀਜ਼ ਲਈ ਵੀ ਲਾਂਭਾ ਹੀ ਦਿੰਦੇ ਹਾਂ ਆਪਦੇ ਆਪ ਨੂੰ ਵੀ ਸਾਨੂੰ ਹੁਣ ਕਿਉਂ ਕਹਿਣ ਦੀ ਲੋੜ ਪੈ ਰਹੀ ਹੈ ਵੀ ਅਸੀਂ ਇਕੱਠੇ ਹੋ ਗਏ, ਅਸੀਂ ਅਲੱਗ ਕਿਉਂ ਹੋਏ ਸੀ। ਸਾਨੂੰ ਇਹੋ ਜਿਹਾ ਕਿੱਥੇ ਸਾਨੂੰ ਸਾਡੀਆਂ ਪੜ੍ਹਾਈਆਂ 'ਚ ਕੋਈ ਕਸਰ ਰਹੇਗੀ, ਜਾਂ ਸਾਡੇ ਕੋਈ ਪਾਲਣ ਪੋਸ਼ਣ 'ਚ ਕਸਰ ਰਹੇਗੀ, ਜਾਂ ਜਿਹੜੀਆਂ ਸਾਡੀਆਂ ਸੁਭਾਵਾਂ ਸੀ, ਅਸੀਂ ਮੋੜਾਂ 'ਤੇ ਬਹਿੰਦੇ ਸੀ, ਅਸੀਂ ਸੱਥਾਂ 'ਚ ਬਹਿੰਦੇ ਸੀ, ਕੀ ਸਾਡੀਆਂ ਗੱਲਾਂ ਉਸ ਤਰ੍ਹਾਂ ਦੀਆਂ ਨਹੀਂ ਸੀ, ਜਾਂ ਅਸੀਂ ਸੁਣਨੀਆਂ ਨਹੀਂ ਚਾਹੀਆਂ, ਜਾਂ ਸਾਨੂੰ ਕਿਸੇ ਨੇ ਸੁਣਾਈਆਂ ਨਹੀਂ। ਸੋ ਹੈਗੇ ਤਾਂ ਅਸੀਂ ਸਾਰੇ ਇੱਕੋ ਹੀ ਹਾਂ ਹੈ ਨਾ। ਜੇ ਇਤਿਹਾਸ ਪੜ੍ਹਦੇ ਹਾਂ ਤਾਂ ਸਾਰਾ ਉੱਥੇ ਸਾਈਂ ਮੀਆਂ ਮੀਰ ਹੋਣੀ, ਮੇਰੇ ਕੋਲ ਤਾਂ ਇੱਕ ਗੱਲ ਹੁੰਦੀ ਆ, ਉਹ ਮੈਂ ਹਰ ਥਾਂ 'ਤੇ ਬੋਲਦਾ। ਸਾਈਂ ਮੀਆਂ ਮੀਰ ਵੀ ਸਾਡੇ ਹੈ, ਗੁਰੂ ਸਾਹਿਬ ਵੀ ਸਾਡੇ ਹੈ, ਤੇ ਕਸ਼ਮੀਰੀ ਪੰਡਤ ਵੀ ਸਾਡੇ। ਸੋ ਕਹਾਣੀ ਸਾਰੀ ਕਲੀਅਰ ਹੋ ਜਾਂਦੀ ਹੈ। ਬਸ ਤੁਹਾਡੀ ਕਲੀਅਰ ਹੋ ਜਾਂਦੀ, ਉਹਨਾਂ ਦੀ ਵਿਗੜ ਜਾਂਦੀ ਹੈ। ਚਲੋ ਕੋਈ ਨਹੀਂ, ਇਹ ਮਹਾਰਾਜ ਉਹਨਾਂ ਦਾ ਭਲਾ, ਅਸੀਂ ਤਾਂ ਭਰਾਵਾ ਭਲਾ ਮੰਗਣ ਵਾਲੇ ਹੀ ਹਾਂ ਸਾਰੇ। ਅਗਰਵਾਲ ਜੀ, ਆਖਰੀ ਸਵਾਲ ਕਿ 26 ਜਨਵਰੀ ਤੇ ਤੁਸੀਂ ਪੂਰੇ ਦੇਸ਼ ਦੇ ਕਿਸਾਨ, ਨੌਜਵਾਨ, ਬਜ਼ੁਰਗ, ਸਾਡੀਆਂ ਧੀਆਂ, ਬੱਚੀਆਂ, ਭੈਣਾਂ, ਉਹਨਾਂ ਨੂੰ ਕੀ ਸੰਦੇਸ਼? ਬੋਲ ਤੂੰ ਹਰਫ ਦੇ ਸੰਦੇਸ਼। ਦੇਖੋ ਬਾਈ, ਪਤਾ ਕੀ ਆ, ਅਸੀਂ ਆ ਜਿਹੜੇ ਪ੍ਰੋਗਰਾਮ ਕੀਤੇ ਸੀ ਨਾ 4 ਸਾਰੇ ਬਾਰਡਰਾਂ ਦੇ ਉੱਤੇ, ਉਹ ਵੀ ਅਸੀਂ ਕਿਤੇ ਨਾ ਕਿਤੇ ਅਵੇਅਰਨੈਸ ਪ੍ਰੋਗਰਾਮ ਕੀਤੇ ਸੀਗੇ। ਅਵੇਅਰਨੈਸ ਪ੍ਰੋਗਰਾਮ ਕਿਉਂਕਿ ਅੰਦੋਲਨ ਦੇ ਨਾਲ ਸਾਰੇ ਲੋਕ ਹੀ ਚੱਲ ਰਹੇ ਨੇ, ਅਸੀਂ ਵੀ ਚੱਲ ਰਹੇ ਹਾਂ ਪਿਛਲੇ 4 ਮਹੀਨਿਆਂ ਤੋਂ। ਅੱਜ ਅੰਦੋਲਨ ਜਿਹੜੀ ਸਟੇਜ ਦੇ ਉੱਤੇ ਆ ਕੇ ਖੜਾ ਹੋ ਗਿਆ ਨਾ, ਅੱਜ ਹਰ ਇੱਕ ਬੰਦੇ ਦਾ, ਜਿਵੇਂ ਬਾਈ ਸਟੇਜਾਂ ਤੋਂ ਵੀ ਬੋਲ ਦਿੰਦੇ ਨੇ, ਕਿਸੇ ਵੇਲੇ ਕੀ ਹੁੰਦਾ ਸੀ ਅਸੀਂ ਦਸਵੰਧ ਕੱਢਦੇ ਸੀਗੇ, ਅੱਜ 100 ਦੇ ਵਿੱਚੋਂ 50% ਜਿਹੜੀ ਇਨਕਮ ਆ, ਬਾਹਰਲੇ ਸੱਜਣ ਹੋ ਗਏ, ਕੋਈ ਵੀ ਬੰਦਾ ਕਿਸਾਨ ਆ ਕਿਤੋਂ ਦਾ ਵੀ, ਸਾਰੇ ਇੰਡੀਆ ਦਾ ਨਾ, ਉਹ ਇਨਵੈਸਟ ਕਰ ਰਿਹਾ ਇਹਨਾਂ ਅੰਦੋਲਨਾਂ ਦੇ ਵਿੱਚ, ਟਾਈਮ ਵੀ, ਪੈਸਾ ਵੀ, ਸਭ ਕੁਛ। ਉਮੀਦਾਂ ਕਿੰਨੀਆਂ ਨੇ ਇਸ ਅੰਦੋਲਨ ਤੋਂ ਹਰ ਬੰਦੇ ਨੂੰ। ਜੇ ਕਿਸੇ ਇੱਕ ਬੰਦੇ ਦੀ ਗਲਤੀ ਕਾਰਨ ਕੁਛ ਵੀ ਗਲਤ ਹੋ ਜਾਂਦਾ ਤਾਂ ਮੈਨੂੰ ਲੱਗਦਾ ਵੀ ਇਤਿਹਾਸ ਦੇ ਵਿੱਚ ਉਹਨੂੰ ਮਾਫ ਨਹੀਂ ਕੀਤਾ ਜਾਊਗਾ। ਅਸੀਂ ਹਰੇਕ ਸਟੇਜ ਤੋਂ ਇਹੀ ਮੈਸੇਜ ਦਿੱਤਾ ਵੀ 26 ਤਰੀਕ ਆਪਣੇ ਅੰਦੋਲਨ ਦੀ ਲਾਸਟ ਡੇਟ ਨਹੀਂ ਹੈਗੀ। ਆਪਾਂ 4 ਮਹੀਨਿਆਂ ਦੇ ਵਿੱਚ ਬਹੁਤ ਕੁਝ ਹਾਸਲ ਕਰ ਲਿਆ। ਹੁਣ ਅੱਜ ਆਪਾਂ ਬੈਠੇ ਹਾਂ ਇੱਥੇ ਇਕੱਠੇ ਹੋ ਕੇ, ਹੋ ਸਕਦਾ ਇੱਥੋਂ ਵੀ ਕੋਈ ਕੁਛ ਨਵੀਂ ਸੋਚ ਲੈ ਕੇ ਜਾਵੇ, ਸੋਚ ਦਾ ਮਿਆਰ ਉੱਚਾ ਚੱਕ ਕੇ ਲੈ ਕੇ ਜਾਵੇ। ਪ੍ਰਤੀ ਦਿਨ ਸਾਡੀ ਕੋਈ ਨਾ ਕੋਈ ਪ੍ਰਾਪਤੀ ਹੋ ਰਹੀ ਆ। ਸੋ ਕਿਤੇ ਨਾ ਕਿਤੇ ਬਸ ਇਹੀ ਬੇਨਤੀਆਂ ਕਰਦੇ ਹਾਂ, ਜਿਹੜੇ ਹੁਣ ਪਿੰਡਾਂ ਤੋਂ ਆ ਰਹੇ ਨੇ, ਜਦੋਂ ਇੱਥੇ 2-4 ਦਿਨ ਲਾ ਲੈਣਗੇ ਫਿਰ ਤਾਂ ਉਹਨਾਂ ਨੂੰ ਸਮਝ ਆ ਜਾਂਦਾ ਵੀ ਅੰਦੋਲਨ ਕੀ ਆ ਸਾਡਾ। ਅਸਲ ਦੇ ਵਿੱਚ ਸਾਡੀ ਵਿਚਾਰਾਂ ਦੀ ਲੜਾਈ ਆ, ਅਸੀਂ ਲੜੀ ਜਾਂਦੇ ਹਾਂ। ਅਸੀਂ ਇੱਥੇ ਬੈਠੀ ਬਹੁਤ ਖਤਰਨਾਕ ਆ ਉਹਨਾਂ ਵਾਸਤੇ। ਪੀਸਫੁੱਲ ਜਿਹੜਾ ਸ਼ਬਦ ਆ ਨਾ, ਇਹ ਬਹੁਤ ਵੱਡਾ। ਦੁਨੀਆ ਦੇ ਵਿੱਚ ਤੁਸੀਂ 5-7 ਸਾਲਾਂ ਨੂੰ ਦੇਖੋਗੇ, ਮੈਂ ਲਿਟਰੇਚਰ ਦਾ ਮਤਲਬ ਪੜ੍ਹ ਲੈਣਾ, ਲਿਟਰੇਚਰ ਦਾ ਸ਼ੌਕੀਨ ਆ। ਵਰਲਡ ਲਿਟਰੇਚਰ ਦੇ ਵਿੱਚ ਕਿਤਾਬਾਂ ਲਿਖਣੀਆਂ ਸ਼ੁਰੂ ਹੋ ਗਈਆਂ ਜਿਹਦੇ ਵਿੱਚ ਆਪਣੇ ਇਸ ਅੰਦੋਲਨ ਦਾ ਜ਼ਿਕਰ ਸ਼ੁਰੂ ਹੋ ਗਿਆ। ਤੁਸੀਂ ਇਹ ਹਿਸਾਬ ਲਾ ਲਓ ਵੀ ਆਉਣ ਵਾਲੇ 5-7 ਸਾਲਾਂ ਬਾਅਦ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਘਟਨਾ ਇਹ ਅੰਦੋਲਨ ਹੋਊਗਾ।
ਸੋ ਕਿਤੇ ਨਾ ਕਿਤੇ ਹਰ ਬੰਦੇ ਦੀ ਡਿਊਟੀ ਬਣਦੀ ਆ। ਅੱਜ ਇਸ ਅੰਦੋਲਨ 'ਚ ਹਰੇਕ ਬੰਦਾ ਹੀ ਜਰਨੈਲ ਆ। ਨੌਜਵਾਨਾਂ ਨੂੰ, ਸਾਰਿਆਂ ਨੂੰ, ਜਿਹੜਾ ਵੀ ਬੰਦਾ ਇਨਵੋਲਵਡ ਆ ਇਸ ਅੰਦੋਲਨ ਦੇ ਵਿੱਚ, ਇਹੀ ਮੈਸੇਜ ਦਿੰਦੇ ਆ ਵੀ ਬਸ ਬੇਨਤੀ ਇਹੀ ਆ ਵੀ ਸਬਰ ਨਾਲ, ਏਕੇ ਨਾਲ ਆਪਾਂ ਇਹ ਜੰਗ ਆ ਜਿਹੜੀ ਜਿੱਤਾਂਗੇ। ਸੋ ਵੀਰ ਬਣ ਕੇ ਯਾਰ ਜਿਹੜੀ ਗੱਲ ਸਾਡੇ ਆਗੂ ਕਹਿੰਦੇ ਨੇ ਉਹ ਮੰਨੋ, ਪੀਸਫੁਲ ਪ੍ਰੋਟੈਸਟ ਰੱਖੋ। ਇਹ ਪੀਸਫੁਲ ਪ੍ਰੋਟੈਸਟ ਹੀ ਆਪਾਂ ਨੂੰ ਜਿੱਤ ਵੱਲ ਲੈ ਕੇ ਜਾਊਗਾ। ਬਹੁਤ ਬਹੁਤ ਸ਼ੁਕਰੀਆ ਚੀਮਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਗਰੇਵਾਲ ਸਾਹਿਬ ਤੁਹਾਡਾ ਵੀ। ਸੋ ਕਨਵਰ ਗਰੇਵਾਲ ਜੀ ਔਰ ਹਰਫ ਚੀਮਾ ਜੀ, ਸੋ ਉਹਨਾਂ ਦਾ ਇਹੀ ਕਹਿਣਾ ਹੈ ਕਿ ਇਹ ਜੋ 26 ਜਨਵਰੀ ਦਾ ਸੰਘਰਸ਼ ਹੈ ਇਤਿਹਾਸਕ ਹੋਣ ਜਾ ਰਿਹਾ ਹੈ। ਸ਼ਾਂਤਮਈ ਪ੍ਰਦਰਸ਼ਨ, ਜਿੱਤੀ ਹੋਈ ਜੰਗ ਨੂੰ ਨੌਜਵਾਨਾਂ ਦੀ ਉਤਸੁਕਤਾ ਜਾਂ ਨੌਜਵਾਨਾਂ ਦਾ ਕੋਈ ਉਲਝਿਆ ਹੋਇਆ ਕਦਮ ਕਿਤੇ ਉਲਝਾ ਨਾ ਦੇਵੇ ਇਸ ਨੂੰ, ਔਰ ਕਿਤੇ ਇਹ ਬਣੀ ਹੋਇਆ ਜਿਹੜਾ ਇਹ ਮਾਹੌਲ ਹੈ ਜੋ ਇਹ ਇਸ ਵੇਲੇ ਜਿੱਤ ਵੱਲ ਵੱਧ ਰਿਹਾ ਹੈ। ਔਰ ਇਹਦਾ ਇਹ ਵੀ ਦੱਸਿਆ ਜਾ ਰਿਹਾ ਕਿ ਇੱਥੋਂ ਦੇ ਸ਼ਾਂਤਮਈ ਪ੍ਰਦਰਸ਼ਨ ਦਾ ਹੁਣ ਇਤਿਹਾਸ ਲਿਖਿਆ ਜਾ ਰਿਹਾ, ਕਿਤਾਬਾਂ ਦੇ ਵਿੱਚ ਇਹਦਾ ਜ਼ਿਕਰ ਹੋਣਾ ਸ਼ੁਰੂ ਹੋ ਗਿਆ। ਸੋ 26 ਜਨਵਰੀ ਬਹੁਤ ਵੱਡੀ ਪਰਖ ਦੀ ਘੜੀ ਹੈ। ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕਿ 26 ਜਨਵਰੀ ਤੇ ਨੌਜਵਾਨ, ਬਜ਼ੁਰਗ, ਮਾਤਾਵਾਂ, ਭੈਣਾਂ ਤੇ ਦੇਸ਼ ਦੇ ਸਮੁੱਚੇ ਕਿਸਾਨ, ਹਿੰਦੂ, ਸਿੱਖ, ਮੁਸਲਮਾਨ ਏਕਤਾ ਕੈਸਾ ਆਪਣਾ ਏਕਾ ਵਿਖਾਉਂਦਾ ਹੈ। ਔਰ 26 ਜਨਵਰੀ ਨੂੰ ਸਰਕਾਰਾਂ ਨੂੰ, ਹਕੂਮਤਾਂ ਨੂੰ ਉਹਨਾਂ ਦੇ ਹੀ ਜਾਲ ਦੇ ਵਿੱਚ ਉਲਝਾ ਕੇ, ਉਹਨਾਂ ਦੇ ਹੀ ਚੱਕਰ ਵੀ ਉਹਦੇ ਵਿੱਚ ਫਸਾ ਕੇ ਕਿੱਦਾਂ ਉਹਨਾਂ ਦਾ ਜੀਣਾ ਮੁਹਾਲ ਕਰਤਾ 26 ਜਨਵਰੀ ਨੂੰ ਪਤਾ ਚੱਲੇ। ਦੇ ਦਿਓ ਹੱਕ ਸੱਚ ਦੀ ਆਵਾਜ਼ ਦਾ ਟੀਵੀ NRI।